अल्लाह भला करे भरावा तेरा, अल्लाह तेन जिंदगी देवे लम्मी। मुनीब लैके आए जी गुब्बारा, ये देखिए इस्तेमाल हो रहे हैं। अस्सलाम वालेकुम प्यारे बहन भाइयों, क्या हाल चाल है? मैं ठीक ठाक, उम्मीद करती है आप सब भी ठीक ठाक होंगे। जहाँ भी रहे खुश रहे, आबाद में हंसते रहे, मुस्कुराते रहे। हमारी आज की सुबह, आज के व्लॉग का करते हैं आगाज। देखो बहन भाई, हमारे साथ साथ जो भी घर का काम होगा, रूटीन होगी, सब बहन भाई से शेयर करेंगे। अल्लाह ताला सब ने अपने मांझ रखे, आमीन। तो माशाल्लाह जी मैं नाश्ता बना लिया, देखिए चाय बन गई है और ये जी केक एक मंगवा लेने में। आ जाए जिस बहन भाई ने नाश्ता करना है तो जी नाश्ता करके फिर घर का काम करना है। क्योंकि बच्चे का छुट्टी है और लैड सुबह सुबह साड़ी हो गई जी बंद, पता नहीं कदों आती है। चलो जो काम होए कर लाँगे, जो पानी वाला होगा बाद देख लाँगे। ਤੇ ਮਾਸ਼ਾਅੱਲਾ ਰੋਜ਼ ਦਿਹਾੜੀ ਸਾਡਾ ਚਾਹ ਕੇਕ ਦਾ ਨਾਸ਼ਤਾ ਹੁੰਦਾ, ਇਹਦੇ 'ਚ ਬੱਚਤ ਹੀ ਬਹੁਤ ਹੈ। ਤੁਸੀਂ ਵੀ ਕਰਕੇ ਦੇਖੋ ਕਿੰਨੀ ਬੱਚਤ ਹੈ, ਕਿਉਂਕਿ ਮਹਿੰਗਾਈ ਦਾ ਦੌਰ ਹੈ, ਬੱਚਤ ਕਰਨੀ ਚਾਹੀਦੀ ਹੈ। ਹਾਂਜੀ 100 ਰੁਪਏ 'ਚ ਨਾਸ਼ਤਾ ਹੋ ਜਾਂਦਾ, 100 'ਚ ਵੀ ਨਹੀਂ 80 'ਚ 80 ਰੁਪਏ 'ਚ ਨਾਸ਼ਤਾ ਹੋ ਜਾਂਦਾ। ਬਿਲਕੁਲ ਉਵੇਂ ਆਟਾ ਵਗੈਰਾ ਲਿਆਓ, ਘਿਓ ਵਗੈਰਾ ਕਰ ਕਰਾ ਕੇ ਜਿਹੜੇ 200 250 300 ਹੋ ਜਾਂਦਾ ਲੱਗ ਜਾਂਦਾ। ਕਿਉਂਕਿ 150 ਰੁਪਏ ਕਿਲੋ ਆਟਾ ਹੈ ਜੀ। ਰਾਤੀ ਆਟਾ ਲੈ ਕੇ ਆਏ ਆ 150 ਰੁਪਏ ਕਿਲੋ ਕਹਿ ਰਹੇ, ਪਹਿਲੇ ਹੈ ਸੀ 140 ਰੁਪਏ ਕਿਲੋ ਲਿਆਏ ਨਾ। ਹਾਂਜੀ ਰਾਤੀ ਕਹਿੰਦੇ 150 ਰੁਪਏ। ਮੈਂ ਤਾਂ ਸੁਣ ਕੇ ਹੈਰਾਨ ਹੋ ਗਈ ਵੀ ਦੱਸੋ ਕੀ ਗਰੀਬ ਬੰਦਾ ਕਰੇਗਾ। ਜਿਨ੍ਹਾਂ ਦਾ ਚਲੋ ਸਾਡੇ ਤੋਂ ਮਾਸ਼ਾਅੱਲਾ ਚਾਰ, ਜਿਨ੍ਹਾਂ ਦਾ ਜ਼ਿਆਦਾ ਟੱਬਰ ਵੱਡਾ ਹੋਊਗਾ ਜਾਂ 2-3 ਕਿਲੋ ਲੱਗਦਾ ਹੋਊਗਾ, ਉਹ ਗਰੀਬ ਬੰਦਾ ਕੀ ਕਰਦਾ ਹੈ। ਅੱਲਾ ਵਾਰਿਸ, ਬਸ ਜੀ ਸਭ ਦਾ ਅੱਲਾ ਹੀ ਵਾਰਿਸ ਹੈ। ਮਾਸ਼ਾਅੱਲਾ ਜੀ ਨਾਸ਼ਤਾ ਕਰ ਲਿਆ ਸੀ ਔਰ ਮੈਂ ਕਿਹਾ ਹੁਣ ਕਰਦੇ ਜੀ ਕਮਰੇ ਦਾ ਕੰਮ ਸਟਾਰਟ। ਬਟ ਉਹ ਬਰਤਨ ਕਹਿ ਰਹੀ ਪਹਿਲੇ ਮੈਂ ਕਿਹਾ ਬਿਸਤਰੇ ਚੁੱਕ ਲਈਏ, ਬਿਸਤਰੇ ਚੁੱਕ ਕੇ ਔਰ ਫਿਰ ਝਾੜੂ ਵਗੈਰਾ ਲਾਵਾਂਗੇ। ਅੱਜ ਪੇਟੀ ਖੋਲ੍ਹੀ ਹੈ ਜੀ, ਪੇਟੀ ਵਿੱਚ ਕੱਢੇ ਜੀ ਮੋਟੇ ਕੱਪੜੇ, ਥੋੜੇ ਜਿਹੇ ਕੱਢੇ ਸੀ, ਬਾਕੀ ਜਰਸੀਆਂ ਨਹੀਂ ਸੀ ਮੈਂ ਕੱਢੀਆਂ। ਹੁਣ ਸਰਦੀ ਹੋ ਗਈ ਜ਼ਿਆਦਾ, ਹੁਣ ਮੈਂ ਕਿਹਾ ਜਰਸੀਆਂ ਵਗੈਰਾ ਕੱਢਦੇ ਹਾਂ। ਔਰ ਰੀਮ ਕਹਿ ਰਹੇ ਸੀ ਰਾਤ ਨਾਲ ਸਰਦੀ ਲੱਗਦੀ ਕੰਬਲ ਦੇ ਵਿੱਚ, ਕੰਬਲ ਜ਼ਿਆਦਾ ਮੋਟਾ ਨਹੀਂ ਨਾ ਹੈਗਾ, ਥੋੜਾ ਪਤਲਾ ਹੀ ਹੈ। ਔਰ ਮੈਂ ਕਿਹਾ ਜੀ ਅੱਜ ਰਜ਼ਾਈਆਂ ਵੀ ਕੱਢਦੇ ਹਾਂ ਔਰ ਗੱਦੇ ਕੱਢਦੇ ਹਾਂ ਜੀ ਨੀਚੇ ਵਿਛਾਉਣ ਵਾਸਤੇ। ਔਰ ਜਿਹੜੇ ਪਤਲੇ ਪਤਲੇ ਆ ਇਹ ਫਿਰ ਵਿੱਚ ਰੱਖ ਦਾਂਗੇ ਪੇਟੀ 'ਚ ਕੰਬਲ ਵਗੈਰਾ, ਕਿਉਂਕਿ ਜ਼ਾਹਿਰ ਇਧਰੋਂ ਖੁੱਲ੍ਹਾ ਇਲਾਕਾ ਔਰ ਜ਼ਿਆਦਾ ਸਰਦੀ ਹੈ। ਸ਼ਹਿਰਾਂ ਦੇ ਵਿੱਚ ਹੁੰਦੇ ਤੰਗ ਤੰਗ ਮਕਾਨ ਛੋਟੇ ਛੋਟੇ, ਇੰਨੀ ਸਰਦੀ ਮਹਿਸੂਸ ਨਹੀਂ ਹੁੰਦੀ। ਔਰ ਫਿਰ ਹਵਾ ਚੱਲਦੀ ਹੈ, ਬਹੁਤ ਹਵਾ ਲੱਗਦੀ। ਮੈਂ ਕਿਹਾ ਪੇਟੀ ਖੋਲ੍ਹਦੇ ਹਾਂ ਔਰ ਕੱਢਦੇ ਹਾਂ ਜੀ ਕੱਪੜੇ। ਪਹਿਲੇ ਮੈਂ ਨਾ ਬਿਸਤਰੇ ਇਕੱਠੇ ਕਰਕੇ ਚਾਰ ਪਾਈ ਖੜੀ ਕਰਦੀ ਹਾਂ, ਫਿਰ ਖੋਲ੍ਹਦੀ ਪੇਟੀ। ਔਰ ਕੱਪੜੇ ਦੇ ਜਿਹੜੇ ਬੰਨੇ ਸੀ ਮੈਂ ਦੁਪੱਟੇ ਵਿੱਚ ਬਰਤਨ, ਕਿਉਂਕਿ ਜਿਸ ਦਿਨ ਚਾਵਲ ਬਣ ਕੇ ਆਏ ਸੀ ਦੇਗ ਦੇ ਪਤੀਲੇ 'ਚ ਪਾ ਕੇ ਲੈ ਗਏ ਸੀ, ਛੱਪ ਰੱਖ ਕੇ ਪਤੀਲਾ ਫਿਰ ਖਾਲੀ ਕੀਤਾ ਸੀ। ਔਰ ਮੈਂ ਕਿਹਾ ਹੁਣ ਪਤੀਲੇ 'ਚ ਪਾ ਕੇ ਨਾ ਔਰ ਬੈੱਡ ਥੱਲੇ ਰੱਖ ਦਿੰਦੀ। ਉਸ ਦਿਨ ਤੇ ਐਵੇਂ ਗੱਠੇ 'ਚ ਬੰਨੇ ਹੋਏ ਸੀ, ਹੁਣ ਮੈਂ ਕਿਹਾ ਪਤੀਲਾ ਤੇ ਫਾੜ ਕੇ ਪਿਆ ਆਇਆ ਵਾ ਔਰ ਜਿਹਨੂੰ ਬੰਨ੍ਹਦੇ ਆ ਐਵੇਂ ਨਹੀਂ ਆਉਣਾ। ਦੁਪੱਟੇ 'ਚ ਬੰਨ੍ਹ ਕੇ ਇਸੇ ਵਿੱਚ ਔਰ ਜੀ ਥੱਲੇ ਕਰ ਦਿੰਦੇ ਹਾਂ। ਉਸ ਦਿਨ ਦਾ ਨਾ ਇਸ ਤਰ੍ਹਾਂ ਖਲਾਰਾ ਪਿਆ ਸੀ। ਇਹ ਘਟਾ ਵੀ ਨਹੀਂ ਪਏਗਾ। ਆ ਜੀ ਇਹ ਨਿੰਬੂ ਨਿਚੋੜਨ ਵਾਲੀ ਮਸ਼ੀਨ ਪਹਿਲੇ ਮੈਂ ਐਵੇਂ ਬੰਨ ਕੇ ਰੱਖੀ ਹੋਈ ਸੀ। ਫਿਰ ਇਹ ਕਿ ਜਦੋਂ ਜ਼ਰੂਰਤ ਪੈਂਦੀ ਆ ਪਤੀਲੇ ਦੀ, ਫਿਰ ਬਰਤਨ ਕੱਢ ਲਈਦੇ ਆ, ਕੱਢ ਕੇ ਫਿਰ ਕੱਪੜੇ 'ਚ ਬੰਨ੍ਹ ਲਈਦੇ ਆ, ਫਿਰ ਪਤੀਲਾ ਲੈ ਲੈਂਦੇ। ਵੱਜ ਗਿਆ ਜੀ, ਇਹਨੂੰ ਰੱਖ ਦਿੰਦੀ ਥੱਲੇ। ਮੈਂ ਕਿਹਾ ਪੇਟੀ ਤੋਂ ਇਲਾਵਾ ਸੰਦੂਕ, ਪੇਟੀ ਹੁਣ ਹੋ ਗਈ ਉੱਚੀ ਔਰ ਬਣਾ ਲੱਗਿਆ ਮੁਸ਼ਕਿਲ ਹੋ ਗਈ। ਵਜ਼ਨ ਨਹੀਂ ਕੱਪੜੇ ਵਗੈਰਾ ਹੈ ਨਾ ਵਿੱਚ। और जी ढक्कन सारा टुटा है मेरी पेटी का, ये देखिए सारिया बेचारियां पतरियां पुतरियां हो गई। शमशेर ला सोटी जी ला के ना फिर ढक्कन खड़ा कर दिया। सोटी लानी मुश्किल हो गई है, बैड से खिलाना पैना है। चली सही है, वड्डी सोटी
ਹੁਣ ਸਹੀ ਜੀ ਬਿਸਤਰੇ ਕੱਢਣੇ ਨੇ ਨਾ ਸਰਦੀਆਂ ਨੂੰ ਕੱਢੋ ਰੱਖੋ ਬੜੀ ਮੁਸ਼ਕਿਲ ਹੈ ਜੀ ਕੀ ਕਰੀਏ ਹੁਣ ਬਿਸਤਰੇ ਤਾਂ ਲੈਣੇ ਆ ਨਾ ਸਰਦੀ ਇਹ ਬਿਸਤਰੇ ਹਾਂਜੀ ਇਹ ਜਰਸੀਆਂ ਵੱਡੀਆਂ ਉਹ ਜੀ ਬਾਹਰ ਸਾਰਾ ਪਾਲਕ ਵਿੱਚ ਪਿਆ ਭਾਈ ਆਵਾਜ਼ ਆ ਰਹੀ ਨਹੀਂ ਸਾਗ ਪਾਲਕ ਦਾ ਮੌਸਮ ਹੈ ਨਾ ਸਰਦੀ ਚ ਔਰ ਹਰ ਘਰ ਚ ਸਾਗ ਬਣ ਰਿਹਾ ਜੀ ਇਹ ਵੀ ਜਰਸੀਆਂ ਹੈ ਜੀ। ਹੁਣ ਜਿਹੜੀਆਂ ਛੋਟੀਆਂ ਹੋ ਗਈਆਂ ਹੋਣੀਆਂ ਬੱਚਿਆਂ ਨੂੰ ਉਹ ਬਾਹਰ ਕੱਢ ਦਾਂਗੇ ਜਿਹੜੀ ਕੋਈ ਪਾਣ ਵਾਲੀ ਹੋਏਗੀ ਉਹ ਫਿਰ ਕੱਢ ਦਾਂਗੇ ਜ਼ਾਹਿਰ ਆ ਅਗਲੇ ਸਾਲ ਕੱਪੜੇ ਕੱਢੋ ਬੱਚਿਆਂ ਦੇ ਮਾਸ਼ਾਅੱਲਾ ਬੱਚੇ ਵੱਡੇ ਹੋਏ ਜਾਂਦੇ ਨੇ ਹੋਰ ਕੱਪੜੇ ਛੋਟੇ ਹੋਏ ਨੇ ਬਸ ਉਦੋਂ ਆ ਕੇ ਨਾ ਸਮਾਨ ਫਟਾਫਟ ਰੱਖਣ ਦੀ ਕੀਤੀ ਹੁਣ ਇਹ ਕਿ ਮਿਹਨਤ ਕਰਨੀ ਪੈਣੀ ਹੈ ਇਹ ਅਸੀਂ ਪਾ ਰਹੇ ਜੀ ਇੱਥੇ ਤਰਪਾਲ ਬਰਾਂਡੇ ਵਾਂਗੂ ਕਿਉਂਕਿ ਬਰਤਨ ਵਗੈਰਾ ਪਏ ਹੁੰਦੇ ਸਾਰੇ ਤਰੇਲ ਦੇ ਨਾਲ ਹੋ ਜਾਂਦੇ ਗਿੱਲੇ ਫਿਰ ਭਾਈ ਨੂੰ ਬੁਲਾਇਆ ਸੀ ਮੈਂ ਕਿਹਾ ਉੱਪਰ ਚੜ ਗਿਆ ਤੁਸੀਂ ਦੀਵਾਰ ਨਾਲ ਉੱਥੇ ਬੰਨ੍ਹ ਦੇਵੋ ਕਿਉਂਕਿ ਨਦੀਮ ਕੋ ਤੇ ਵੱਜਣੀ ਨਹੀਂ ਹੈ ਜ਼ਰਾ ਕਿ ਬੱਚਤ ਹੋ ਜਾਏਗੀ ਨਦੀਮ ਕਿਸੇ ਕਾਸੇ ਜੋਗਾ ਤੁਸੀਂ ਪੌੜੀ ਤੇ ਨਹੀਂ ਹੁਣ ਚੜ ਸਕਦੇ ਨਾ ਇਸ ਵਾਸਤੇ ਫਿਰ ਮੈਂ ਉਹਨੂੰ ਬੁਲਾਇਆ ਭਾਈ ਨੂੰ ਕਿਉਂਕਿ ਬਰਤਨ ਵਗੈਰਾ ਹਰ ਚੀਜ਼ ਹਲੇ ਪਈ ਹੁੰਦੀ ਹੈ ਤਰੇਲ ਪੈਂਦੀ ਹੈ ਇਹ ਦੇਖਿਓ ਜੀ ਆ ਜਾਓ ਥੱਲੇ ਆ ਜਾਓ ਸ਼ਾਮ ਵਾਂਗੂ ਸ਼ਾਮ ਪੈ ਜਾਏਗੀ ਬਰਾਂਡੇ ਵਾਂਗੂ ਬਰਾਂਡੇ ਦਾ ਸੀਨ ਬਣ ਜਾਏਗਾ ਰੱਸੀ ਆਪਣੇ ਕੋਲ ਹੈ ਹੀ ਨਹੀਂ ਰੱਸੀ ਪਈ ਉਨੀ ਕੇ ਪੂਰੀ ਕਰ ਲਿਆ ਇਹਦੇ ਵਿੱਚ ਹੀ ਇਹਦੇ ਨਾਲ ਮੰਜੇ ਤੇ ਪੈਂਦਾ ਕੋਈ ਨਹੀਂ ਪੈ ਗਿਆ ਸਹੀ ਗੱਲ ਹੈ ਬਾਅਦ ਚ ਸੋਣਾ ਕਿੱਥੇ ਆ ਚਲੋ ਕੀ ਬਣ ਜਾਏਗੀ ਮੰਜੀ ਝੂਟੇ ਮਾਟੇ ਕਰਿਓ ਸ਼ਾਇਦ ਵਿੱਚ ਕੀ ਕਹਿੰਦੇ ਉਹਨੂੰ ਬਾਰਿਸ਼ ਵਗੈਰਾ ਆਏਗੀ ਉਹ ਤੇ ਫਿਰ ਨਹੀਂ ਨਾ ਰੁਕਣੀ ਥੱਲੇ ਆਏਗਾ ਪਾਣੀ ਗੁਜ਼ਾਰਾ ਹੋਣ ਡਿਆ ਚਲੋ ਇਹ ਆ ਵੀ ਬਚਤ ਤੇ ਹੋਏਗੀ ਥੋੜੀ ਬਹੁਤੀ ਬਚਤ ਹੋ ਜਾਏਗੀ ਜਿਹੜੀ ਰਾਤ ਨੂੰ ਤਰੇਲ ਪੈਂਦੀ ਨਾ ਤਰੇਲ ਜਿਹੜਾ ਪਾਣੀ ਸ਼ਬਨਮ ਨੂੰ ਕੀ ਕਹਿੰਦੇ ਆ ਸ਼ਬਨਮ ਅਸੀਂ ਤਰੇਲ ਕਹਿੰਦੇ ਆ ਜੀ ਤਰੇਲ ਕਹਿੰਦੇ ਪੰਜਾਬੀ ਉਹਦੀ ਯਾਨੀ ਕਿ ਬਚਤ ਹੋ ਜਾਏਗੀ ਸੁਬਾਹ ਉੱਠੇ ਹੋ ਨਾ ਸਾਰੇ ਬਰਤਨ ਗਿੱਲੇ ਫਰਸ਼ ਗਿੱਲਾ ਜਿਵੇਂ ਬਾਰਿਸ਼ ਹੋਈ ਹੁੰਦੀ ਹੈ ਔਰ ਇਧਰ ਖੁੱਲੇ ਇਲਾਕੇ 'ਚ ਪਤਾ ਲੱਗਦਾ ਸ਼ਹਿਰਾਂ 'ਚ ਪਤਾ ਵਿਲੇਜ ਮਾਹੌਲ ਹਾਂਜੀ ਇਹਦੇ ਨਾਲ ਇਹ ਹੈ ਨਾ ਕਿ ਬਰਤਨ ਵਗੈਰਾ ਦੀ ਬੱਚਤ ਕੋਈ ਵੀ ਪਤਾ ਚਾਰ ਪਾਈ ਬਾਹਰ ਪਈ ਬੰਦਾ ਇੱਥੇ ਖੜੀ ਕਰ ਦਿੰਦਾ ਹੈ ਇਹਦੇ ਨਾਲ ਸਹੂਲਤ ਹੋ ਜਾਏਗੀ ਜ਼ਰਾ ਚੀਜ਼ ਪਈ ਕਿਤੇ ਨਾ ਕਿਤੇ ਕੰਮ ਆਉਂਦੀ ਹੈ ਜਦੋਂ ਦੁਕਾਨ ਬਣਾਈ ਸੀ ਦੁੱਧ ਦਹੀਂ ਦੀ ਇਹ ਉਸ ਵਕਤ ਇਹ ਲਈ ਸੀ 2 ਸਾਲ ਪੁਰਾਣੀ ਹੈ 2 ਸਾਲ ਪਹਿਲੇ ਲਈ ਹੈ ਦੁਕਾਨ 2 ਸਾਲ ਪਹਿਲੇ ਹਾਂਜੀ ਬਰਤਨ ਕਿਤੇ ਹੈ ਬਰਤਨ ਦੂੰਗੇ ਦੁੱਧ ਵਾਲੇ ਕਿਤੇ ਇਸਤੇਮਾਲ ਹੋ ਰਹੇ ਨੇ ਜੀ ਚਲੋ ਕੋਈ ਗੱਲ ਨਹੀਂ ਅਸੀਂ ਚੀਜ਼ ਦੇ ਕੇ ਨਾ ਅਸੀਂ ਇਹ ਨਹੀਂ ਕਹਿੰਦੇ ਹਾਏ ਸਾਡੀ ਚੀਜ਼ ਆ ਤੇ ਵਾਪਸ ਕਰੋ ਜਿਹੜੀ ਚੀਜ਼ ਦੇ ਦਿੱਤੀ ਆ ਨਾ ਉਹ ਦੇ ਦਿੱਤੀ ਆ ਕੋਈ ਟੈਨਸ਼ਨ ਨਹੀਂ ਹੈ ਹਾਂ ਇਹ ਕੀ ਗੱਲ ਹੋਈ ਚੀਜ਼ ਦੇ ਕੇ ਫਿਰ ਦਿਲ ਛੋਟਾ ਕਰ ਲੈਣਾ ਹਾਏ ਸਾਡੇ ਬਰਤਨ ਦੇ ਦਿਓ ਹਾਏ ਸਾਡੀ ਫਲਾਣੀ ਸ਼ਾਹ ਦੇ ਦਿਓ ਇਹ ਨਹੀਂ ਕਰਨਾ ਚਾਹੀਦਾ ਇਨਸਾਨ ਨੂੰ ਦਿਲ ਵੱਡਾ ਕਰਨਾ ਚਾਹੀਦਾ ਰੱਬ ਕੋ ਮੰਗੋ ਰੱਬ ਦਿੰਦਾ ਦਿੰਦਾ ਲੇਕਿਨ ਇਹ ਕਿ ਬੰਦੇ ਨੂੰ ਯਾਦ ਆ ਜਾਂਦਾ ਕਿ ਆਹ ਚੀਜ਼ ਐਵੇਂ ਐਵੇਂ ਸੀ ਨਾ ਫਿਰ ਪੁਰਾਣੀਆਂ ਯਾਦਾਂ ਉਹ ਇਹਦਾ ਦੇਖ ਕੇ ਸਾਨੂੰ ਆਪਣੇ ਦੁੱਧ ਦੇ ਡੱਬੇ ਯਾਦ ਆ ਗਏ ਚਲੋ ਅੱਛਾ ਚਲੋ ਜੀ ਕੋਈ ਗੱਲ ਨਹੀਂ ਮਨੀਬ ਲੈ ਕੇ ਆਏ ਜੀ ਗੁਬਾਰਾ ਇਹ ਦੇਖिए और ਮਨੀਬ ਨੇ ਵੀ ਫੜੀ ਹੋਈ ਇਧਰ ਸ਼ਾਂ ਕਹਿ ਰਿਹਾ ਮੈਂ ਵੀ ਬਣਵਾਣਾ ਜੀ ਤੁਹਾਡੇ ਕੋਲ ਵੱਜਣੀ ਹੈ ਜੀ ਥੋੜੀ ਨਹੀਂ ਮਿਲੀ ਨਹੀਂ ਇਧਰੋਂ ਬੰਦ ਇੱਕ ਰਾ ਕੇਲ ਦੇ ਆਪਣੇ ਮਾਮੂ ਨੂੰ ਹਾਂਜੀ ਤੇ ਹੁਣ ਬੰਨਣ ਲੱਗਿਆ ਜੀ ਇਧਰ ਕੇਲ ਠੋਕ ਕੇ ਦੀਵਾਰ ਤੇ ਇੱਕ ਸਿਰਾ ਇਧਰ ਬੰਨ ਦੇਣਗੇ ਅੱਲਾ ਭਲਾ ਕਰੇ ਭਰਾਵਾ ਤੇਰਾ ਅੱਲਾ ਤੈਨੂੰ ਜ਼ਿੰਦਗੀ ਦੇਵੇ ਲੰਮੀ ਸਾਡਾ ਕੰਮ ਆਸਾਨ ਕਰਤਾ ਹੀ ਅੱਲਾ ਕਰੇ ਦਾ ਕਾਕਾ ਨਦੀਮ ਦਾ ਕੰਮ ਚੈੱਕ ਕਰੇ ਜੀ ਹਾਂਜੀ ਮਜ਼ਾਕ ਤਾਂ ਫਿਰ ਚੱਲਦਾ ਹੀ ਨਾ ਚਲੋ ਜੀ ਇਹ ਸਾਡਾ ਬਰਾਂਡਾ ਪੈ ਗਿਆ ਜੀ ਬਾਰਿਸ਼ ਬੁਰਸ਼ ਦੀ ਬਚਤ ਹੋ ਜਾਏਗੀ ਹਾਂਜੀ ਸਹੀ ਹੈ ਜਦੋਂ ਬਾਰਿਸ਼ ਆਏਗੀ ਨਾ ਸਕੂਨ ਹੋ ਜਾਏਗਾ ਵੀ ਇਹ ਤਾਂ ਬੰਦਾ ਮੰਜੀ ਵਗੈਰਾ ਖੜੀ ਕਰ ਲੈਂਦਾ ਇੱਕ ਕਮਰੇ ਸਾਰਾ ਸਮਾਨ ਮੰਜੇ ਵਗੈਰਾ ਨਹੀਂ ਆਉਂਦਾ ਹਰ ਚੀਜ਼ ਕਮਰੇ 'ਚ ਹਰ ਚੀਜ਼ ਕਿਹੜੀ ਚੀਜ਼ ਬੰਦਾ ਵਾੜੇ ਫਿਰ ਅੰਦਰ ਬਾਰਿਸ਼ ਵਿੱਚ ਚਲੋ ਹੋ ਗਿਆ और इधर मुनीब का काम चेक करे जी गुब्बारे ना खेल रहे आज साढ़े सुबह लाइट बंद है जी बड़ी टेंशन बनी हुई है लाइट आवे तो कोई बंदा काम करे लाइट बंद सारे काम ही रुक जाते हैं साढ़े तो माशाल्लाह धुप बड़ी तेज़ लगी हुई है पसीना आ गया जी और ये देखें जी बल्ब ऊपर टंग दिता है जी ये नाल है कि गली दे विच भी रोशनी जाएगी और सीन दे विच भी रोशनी रहेगी ये नाल ना
ਕਿਉਂਕਿ ਕਾਫੀ ਹਨੇਰਾ ਹੈ ਔਰ ਗਲੀ 'ਚ ਵੈਸੇ ਵੀ ਚਾਨਣ ਹੋਣਾ ਚਾਹੀਦਾ ਹੈ। ਬਲਬ ਲਾਤਾ ਜੀ ਇੱਥੇ ਦਰਵਾਜ਼ੇ ਦੇ ਉੱਪਰ। ਇਹ ਵਾਂਸ ਜਿਹਾ ਪਹਿਲੇ ਲੱਗਾ ਹੋਇਆ ਸੀ, ਸੋਟੇ ਨਾਲ ਬੰਨ੍ਹ ਦਿੱਤਾ ਹੈ ਕਿ ਗਲੀ 'ਚ ਵੀ ਰੋਸ਼ਨੀ ਹੋ ਗਈ। ਗਲੀ 'ਚ ਬਹੁਤ ਹਨੇਰਾ ਹੁੰਦਾ ਰਾਤ ਨੂੰ ਔਰ ਰੋਸ਼ਨੀ ਹੋ ਜਾਏਗੀ। ਇਹਦੀ ਤਾਰ ਹੁਣ ਇਹ ਦੇਖੀ, ਇਹ ਤਾਰ ਬੰਨ ਕੇ ਇੱਥੇ ਲੈ ਆਂਦੀ ਜੀ। ਇਹ ਲਾਵਾਂਗੇ ਜੀ ਅਸੀਂ ਇੱਥੇ ਬੋਰਡ ਵਿੱਚ। ਇਹਨੂੰ ਸੁੱਚ ਨਹੀਂ ਅਜੇ ਲੱਗਾ, ਸੁੱਚ ਲਿਆ ਕੇ ਨਾ ਸੁੱਚ ਲਾ ਕੇ ਨਾ ਫਿਰ ਸ਼ਾਮ ਨੂੰ ਇਹ ਰਾਤ ਦੇ ਟਾਈਮ ਜਦੋਂ ਪਾਣੀ ਪੂਣੀ ਭਰ ਲਿਆ ਨਾ ਫਿਰ ਮੋਟਰ ਦਾ ਸੁੱਚ ਕੱਢ ਦਿਆ ਕਰਾਂਗੇ। ਉਸ ਤੋਂ ਬਾਅਦ ਜੀ ਬਲਬ ਦਾ ਸੁੱਚ ਲਾ ਕੇ ਔਰ ਬਲਬ ਚਲਾ ਦਿੱਤਾ। ਇਹ ਵੀ ਸਹੀ ਹੈ ਜੀ ਕਿਉਂਕਿ ਰੋਸ਼ਨੀ ਹੋਣੀ ਚਾਹੀਦੀ। ਗਲੀ ਦੇ ਵਿੱਚ ਕਾਫੀ ਹਨੇਰਾ ਹੈ। ਮੈਂ ਖੜੀ ਹਾਂ ਜੀ ਬਰਾਂਡੇ ਦੇ ਨੀਚੇ, ਬਰਾਂਡਾ ਪਾਇਆ ਸੀ। ਇਹ ਦੇਖੇ ਜੀ ਤੋ ਅੱਜ ਛੁੱਟੀ ਹੈ ਨਾ, ਬੱਚਿਆਂ ਨੇ ਬੜਾ ਸ਼ੋਰ ਕੀਤਾ ਹੈ ਬਾਹਰ। ਔਰ ਜੀ ਮੋਬਾਈਲ ਭਾਈ ਦਾ ਇੱਥੇ ਰਹਿ ਗਿਆ। ਇਹ ਦੇਖੋ ਬਸ ਰੱਖ ਕੇ ਨਾ ਭੁੱਲ ਗਏ। ਜਦੋਂ ਚੜ੍ਹਨ ਲੱਗੇ ਨਾ ਸੀੜੀ ਤੇ ਬੰਨਣ ਲੱਗੇ ਨਾ ਇਹਨੂੰ ਕੱਪੜੇ ਨੂੰ, ਔਰ ਕਹਿੰਦੇ ਉਹ ਨਾ ਮੇਰੇ ਕੋਲ ਜੇਬੀ 'ਚੋਂ ਡਿੱਗ ਜਾਏ ਮੋਬਾਈਲ ਤੇ ਐਵੇਂ ਨੁਕਸਾਨ ਹੋ ਜਾਏ। ਔਰ ਕਹਿੰਦਾ ਬਾਜੀ ਮੋਬਾਈਲ ਫੜ ਲੈ। ਮੈਂ ਉਹਨੂੰ ਫੜ ਕੇ ਨਾ ਇੱਥੇ ਰੱਖਤਾ ਸਟੈਂਡ 'ਤੇ। ਮੈਨੂੰ ਯਾਦ ਹੀ ਨਹੀਂ, ਉਹ ਚਲੇ ਗਏ। ਹੁਣੇ ਵੇਖਿਆ ਤਾਂ ਮੋਬਾਈਲ ਹੈ ਪਿਆ ਆ। ਹੁਣ ਇਹ ਕਿ ਇਹਨੂੰ ਦੇ ਕੇ ਆਨੇ। ਇਹ ਵੀ ਸ਼ੁਕਰ ਹੈ ਘਰ ਉਹਦਾ ਨਜ਼ਦੀਕ ਹੈ, ਅਗਰ ਦੂਰ ਹੁੰਦਾ ਬੜਾ ਮਸਲਾ ਬਣਨਾ ਕਿਉਂਕਿ ਕਾਲ ਵੀ ਨਹੀਂ ਸੀ ਕਰ ਸਕਦੇ। ਮੋਬਾਈਲ ਤੇ ਇਹਨਾਂ ਦਾ ਇੱਥੇ ਪਿਆ ਸੀ। ਚਲੇ ਇਹ ਕਿ ਮੋਬਾਈਲ ਹੁਣ ਦੇ ਕੇ ਆਨੇ ਆ। ਉਹ ਵਿਚਾਰਾ ਪਰੇਸ਼ਾਨ ਹੁੰਦਾ ਹੋਣਾ ਕਿ ਮੇਰੇ ਮੋਬਾਈਲ ਅਗਰ ਆ ਜਾਏਗਾ ਠੀਕ ਹੈ, ਨਹੀਂ ਆਏਗਾ ਤਾਂ ਫਿਰ ਇਹ ਕਿ ਮੈਂ ਆਪ ਦੇ ਆਵਾਂਗੀ ਜਾ ਜੀ। ਪੱਖਾ ਮੈਂ ਰੱਖਦੇ ਜੀ ਪੇਟੀ ਦੇ ਪਿੱਛੇ ਜਗ੍ਹਾ ਬਣਾ ਕੇ ਕਿਉਂਕਿ ਇੱਧਰ ਵੀ ਜਗ੍ਹਾ ਇੰਨੀ ਨਹੀਂ ਸੀ ਹੈਗੀ। ਔਰ ਫਿਰ ਪੇਟ ਸਮਾਨ ਉੱਪਰ ਪੇਟੀ ਤੇ। ਔਰ ਇਹ ਦੇਖੀ ਹੁਣ ਇੱਥੇ ਇੱਕ ਕਿੱਲੀ ਠੋਕ ਕੇ ਨਾ ਫੱਟੀ ਜਿਹੜੇ ਗਰਮ ਕੱਪੜੇ ਕੱਢੇ ਸੀ, ਜਰਸੀਆਂ ਵਗੈਰਾ, ਕੋਟ ਜਿਹੜੇ ਪਾਉਣ ਵਾਲੇ ਨੇ, ਉਹ ਫਿਰ ਇੱਥੇ ਟੰਗ ਦਿੱਤੇ ਇਹ ਜਗ੍ਹਾ ਤੇ। ਤਾਂ ਮਾਸ਼ਾਅੱਲਾ ਜੀ ਪੇਟ 'ਚ ਸਮਾਨ ਕੱਢ ਕੇ ਬਾਕੀ ਜਿਹੜਾ ਸੀ ਕਿ ਪੱਖੇ ਮੈਂ ਪਿਛਲੀ ਸਾਈਡ ਤੇ ਰੱਖਤੇ ਪੇਟੀ ਦੇ ਕਿਉਂਕਿ ਇੱਧਰ ਇੰਨੀ ਜਗ੍ਹਾ ਨਹੀਂ ਸੀ ਹੈ। ਪੱਖਾ ਕਦੀ ਇੱਧਰ ਰੱਖਦੇ ਸੀ, ਕਦੀ ਇੱਧਰ ਰੱਖਦੇ। ਫਿਰ ਨਦੀਮ ਕਹਿਣ ਲੱਗਾ ਪੇਟੀ ਤੇ ਨਾ ਪਿਛਲੀ ਸਾਈਡ ਤੇ ਜਗ੍ਹਾ ਬਣਾ ਕੇ ਨਾ ਉੱਥੇ ਰੱਖ ਦਿਓ। ਇੱਕ ਜਗ੍ਹਾ ਤੇ ਪਏ ਰਹਿਣਗੇ ਕੱਪੜਾ ਵਗੈਰਾ ਪਾ ਕੇ। ਔਰ ਜਿਹੜੇ ਕੱਪੜੇ ਕੱਢੇ ਮੋਟੇ ਮੋਟੇ ਉਹ ਗਠਰੀਆਂ ਪਈਆਂ ਹਜੇ ਵੀ, ਚਾਦਰਾਂ ਵਗੈਰਾ। ਔਰ ਜਿਹੜੇ ਜਰਸੀਆਂ ਵਗੈਰਾ ਕੱਢੀਆਂ ਸੀ, ਕੋਟ ਵਗੈਰਾ ਜਿਹੜੇ ਪਾਉਣ ਵਾਲੇ ਬੱਚਿਆਂ ਦੇ ਜਿਹੜੇ ਛੋਟੇ ਹੋ ਗਏ ਉਹ ਮੈਂ ਅਲੱਗ ਕਰ ਦਿੱਤੇ ਨੇ। ਉਹ ਜਿਹੜਾ ਇੱਕ ਦੋ ਕੋਟ ਹੈਗੇ ਨੇ ਮੈਂ ਕਿਹਾ ਚਲੋ ਹਜੇ ਪਾਓ, ਫਿਰ ਅੱਲਾ ਕਰੇ ਗੁੰਜਾਇਸ਼ ਹੋਏਗੀ ਨਾ ਫਿਰ ਇਨਸ਼ਾਅੱਲਾ ਲਿਆਵਾਂਗੇ ਹੋਰ ਸਰਦੀਆਂ ਵਾਲੇ। ਔਰ ਉਹ ਫਿਰ ਮੈਂ ਇੱਥੇ ਬੰਨੀ ਦੀ ਕਿੱਲੀ ਠੋਕੀ ਹੈ, ਠੋਕ ਕੇ ਔਰ ਇੱਥੇ ਟੰਗ ਦਿੱਤੇ ਬਾਕੀ ਜਿਹੜੇ ਸਰਦੀਆਂ ਵਾਲੇ ਕੱਪੜੇ ਸੀ। ਇਹ ਵੀ ਮੈਂ ਕਿਹਾ ਚਲੋ ਠੀਕ ਹੋ ਗਿਆ। ਬਿਸਤਰੇ ਵਗੈਰਾ ਕੱਢੇ ਨੇ ਉਹ ਸਾਰੇ ਹੁਣ ਇੱਧਰ ਲਾਏ ਹੋਏ ਨੇ ਜੀ। और जी मैं ना उबालन लगी जी सफेद चने। ये देखिए क्योंकि लकड़ियाँ पाथियाँ ख़त्म हो सी और सिलेंडर थोड़ा जहा है, मैं क्या फिर जिते उबाल लेने जिन्हों भी कर दिए जी ख़त्म। फिर अल्लाह पा रहे जी इधर तो उबलता टाइम बड़ा लगता चनिया से। चलो जी बनाने तो है ना। प्यारे भैन भाई इतने करते सी अपनी वीडियो का एंड रखिए। तो अच्छे लोग लैके तो सारी वीडियो पसंद आए तो लाइक कीजिए, शेयर कीजिए, सब्सक्राइब कीजिए। जो जब भी भैन भाई सन पाकिस्तान, इंडिया, बरोने मालक को देखते हैं सब अस्सलाम वालेकुम। पाकिस्तान जिंदाबाद। अल्लाह हाफिज़।